यूनिट 4 ਦਾ ਫਸਟ ਟੌਪਿਕ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਲਾਸਟ ਵੀਡੀਓ 'ਚ ਕਿ ਮੈਗਨੈਟਿਕ ਫਲਕਸ ਬਾਰੇ ਪਤਾ ਹੋਣਾ ਚਾਹੀਦਾ ਹੈ ਔਰ ਕੋਇਲ ਦੇ ਬਾਰੇ, ਜੋ ਕਿ ਅਸੀਂ ਲਾਸਟ ਵੀਡੀਓ 'ਚ ਦੇਖ ਲਿਆ। ਠੀਕ ਹੈ ਜੀ। ਹੁਣ ਦੇਖੋ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ ਕੀ ਮਤਲਬ ਹੈ, ਇਹ ਕਿਸ ਤਰ੍ਹਾਂ ਦਾ ਫਿਨੋਮੇਨਾ ਹੈ, ਇਹਦੀ ਹੈਲਪ ਦੇ ਨਾਲ ਕੀ ਹੈ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੁੰਦਾ ਹੈ। ਠੀਕ ਹੈ, ਇੱਕ ਤਰੀਕਾ ਅਸੀਂ ਦੇਖਿਆ ਕਰੰਟ ਪ੍ਰੋਡਿਊਸ ਕਰਨ ਦਾ ਕਿ ਕਰੰਟ ਤਾਂ ਹੁੰਦਾ ਅਗਰ ਫਲੋ ਆਫ ਚਾਰਜ ਹੈ। ਇਹ ਸੈਕਿੰਡ ਮੈਥਡ ਹੈ ਜਿਹਦੇ ਨਾਲ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਕੀਤਾ ਜਾ ਸਕਦਾ ਔਰ ਉਹ ਮੈਥਡ ਕੀ ਹੈ, ਪ੍ਰੋਡਕਸ਼ਨ ਆਫ ਇਲੈਕਟ੍ਰਿਕ ਕਰੰਟ ਹੈ ਜਾਂ ਫਿਰ EMF। ਇਲੈਕਟ੍ਰਿਕ ਕਰੰਟ ਵੀ ਹੋਏਗਾ, EMF ਵੀ ਅਸੀਂ ਪੜ੍ਹ ਚੁੱਕੇ ਹਾਂ। ਇਲੈਕਟ੍ਰੋਮੋਟਿਵ ਫੋਰਸ ਕਾਹਦੇ ਅੰਦਰ ਪ੍ਰੋਡਿਊਸ ਹੋਏਗਾ, ਇੱਕ ਕੋਇਲ ਦੇ ਅੰਦਰ। ਕੋਇਲ ਵੀ ਅਸੀਂ ਦੇਖ ਚੁੱਕੇ ਹਾਂ ਲਾਸਟ ਵਾਲੇ ਵੀਡੀਓ ਦੇ ਵਿੱਚ ਕਿ ਕੋਇਲ ਦਾ ਮਤਲਬ ਕੀ ਹੈ, ਇੱਕ ਤਰ੍ਹਾਂ ਦੀ ਜੋ ਹੈ ਸਰਕੂਲਰ ਸ਼ੇਪ ਦੀ ਕੋਈ ਵਾਇਰ ਦੀ ਅਸੀਂ ਅਗਰ ਗੱਲ ਕਰੀਏ ਤਾਂ ਉਸ ਕੋਇਲ ਦੇ ਵਿੱਚ ਇਲੈਕਟ੍ਰਿਕ ਕਰੰਟ ਜਾਂ EMF ਦਾ ਪ੍ਰੋਡਿਊਸ ਹੋਣਾ ਕਦੋਂ, when the magnetic flux linked with the coil is changed। ਠੀਕ ਹੈ, ਕੰਡੀਸ਼ਨ ਕੀ ਹੈ ਕਿ ਉਹ ਕੋਇਲ ਦੇ ਨਾਲ ਕੀ ਚੀਜ਼ ਲਿੰਕਡ ਹੋਣੀ ਚਾਹੀਦੀ ਹੈ, ਮੈਗਨੈਟਿਕ ਫਲਕਸ। ਮੈਗਨੈਟਿਕ ਫਲਕਸ ਸਾਨੂੰ ਪਤਾ ਹੈ ਕਿ ਕਿੰਨੀਆਂ ਮੈਗਨੈਟਿਕ ਫੀਲਡ ਲਾਈਨਸ ਕਿਸੇ ਸਰਫੇਸ ਦੇ ਪਰਪੈਂਡੀਕੂਲਰਲੀ, ਅਸੀਂ ਕਹੀਏ ਕਿਸੇ ਸਰਫੇਸ ਦੇ ਕਿੰਨੀਆਂ ਮੈਗਨੈਟਿਕ ਫੀਲਡ ਲਾਈਨਸ ਕ੍ਰੋਸ ਹੋ ਰਹੀਆਂ ਹੈ ਪਰਪੈਂਡੀਕੂਲਰਲੀ, ਉਹ ਹੈ ਮੈਗਨੈਟਿਕ ਫਲਕਸ। ਹੁਣ ਜਦੋਂ ਕਿਸੇ ਕੋਇਲ ਦੇ ਨਾਲ ਮੈਗਨੈਟਿਕ ਫਲਕਸ ਲਿੰਕਡ ਹੈ ਔਰ ਕੰਡੀਸ਼ਨ ਉਹ ਮੈਗਨੈਟਿਕ ਫਲਕਸ ਕੌਨਸਟੈਂਟ ਨਹੀਂ ਹੋਣਾ ਚਾਹੀਦਾ, ਉਹ ਕੀ ਹੋਣਾ ਚਾਹੀਦਾ ਹੈ, ਚੇਂਜਿੰਗ ਮੈਗਨੈਟਿਕ ਫਲਕਸ। ਅਗਰ ਮੈਗਨੈਟਿਕ ਫਲਕਸ ਉਸ ਕੋਇਲ ਦੇ ਨਾਲ ਲਿੰਕਡ ਹੈ ਪਰ ਉਹ ਯੂਨੀਫਾਰਮ ਹੈ ਜਾਂ ਅਸੀਂ ਕਹੀਏ ਕੌਨਸਟੈਂਟ ਹੈ, ਫਿਰ ਕਰੰਟ ਜਾਂ EMF ਪ੍ਰੋਡਿਊਸ ਨਹੀਂ ਹੋਏਗਾ। ਕਰੰਟ ਜਾਂ EMF ਕੋਇਲ ਦੇ ਵਿੱਚ ਤਾਂ ਹੀ ਪ੍ਰੋਡਿਊਸ ਹੋਏਗਾ ਅਗਰ ਮੈਗਨੈਟਿਕ ਫਲਕਸ ਲਿੰਕਡ ਵਿਦ ਦੀ ਕੋਇਲ ਉਹ ਕੀ ਕਰੇ, ਚੇਂਜ ਹੋਏ। ਇਸ ਪ੍ਰੋਸੈਸ ਨੂੰ ਅਸੀਂ ਬੋਲ ਦਿੰਦੇ ਹਾਂ ਜਾਂ ਫਿਨੋਮੇਨਾ ਨੂੰ ਬੋਲ ਦਿੰਦੇ ਹਾਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਤਾਂ ਡੈਫੀਨੇਸ਼ਨ ਕੀ ਹੈ, ਦੀ ਫਿਨੋਮੇਨਾ ਆਫ production of electric current or EMF in a coil when the magnetic flux linked with the coil is changed। ठीक है, और जो ਇਹ ਕਰੰਟ ਜਾਂ ਫਿਰ EMF ਜੋ ਪ੍ਰੋਡਿਊਸ ਹੋ ਰਹੇ ਹੈ ਉਹਨਾਂ ਨੂੰ ਅਸੀਂ ਬੋਲਦੇ ਹਾਂ, ਕਰੰਟ ਨੂੰ ਬੋਲਦੇ ਹਾਂ ਇੰਡਿਊਸਡ ਕਰੰਟ ਔਰ EMF ਨੂੰ ਅਸੀਂ ਬੋਲਦੇ ਹਾਂ ਇੰਡਿਊਸਡ EMF। ਹੁਣ ਇਸ ਤੋਂ ਬਾਅਦ ਹੈ ਸਾਡੇ ਕੋਲ ਫੈਰਾਡੇਜ਼ laws of electromagnetic induction ਐਂਡ ਫੈਰਾਡੇਜ਼ ਐਕਸਪੈਰੀਮੈਂਟ। ਫੈਰਾਡੇ ਇੱਕ ਸਾਇੰਟਿਸਟ ਸੀ ਜਿਹਨੇ ਆਪਣੇ ਲॉज ਦਿੱਤੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਾਲ ਰਿਲੇਟਿਡ ਔਰ ਕੁਛ ਐਕਸਪੈਰੀਮੈਂਟਸ ਕੀਤੇ। ਉਹ ਲॉज ਨੂੰ, ਜੋ ਉਹਨੇ ਲॉज ਦਿੱਤੇ ਉਹਨਾਂ ਨੂੰ ਪ੍ਰੂਫ ਕਰਨ ਦੇ ਲਈ ਕਿ ਯੈਸ ਉਹ ਐਗਜ਼ਿਸਟ ਕਰਦੇ ਹੈ, ਉਹਦੇ ਲਈ ਉਹਨੇ ਕੀ ਕੀਤਾ, ਕੁਛ ਐਕਸਪੈਰੀਮੈਂਟਸ ਪਰਫੋਰਮ ਕੀਤੇ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਸਾਨੂੰ ਕਲੀਅਰ ਹੈ। ਹੁਣ ਫੈਰਾਡੇਜ਼ ਦੇ ਲॉज ਕੀ ਸੀ, ਉਹਨੇ ਤਿੰਨ ਪੁਆਇੰਟਸ ਦੇ ਵਿੱਚ ਆਪਣੇ ਲॉज ਦਿੱਤੇ। ਅਸੀਂ ਇਹਨਾਂ ਨੂੰ ਮਿਕਸ ਨਹੀਂ ਕਰ ਸਕਦੇ। ਐਜ਼ ਸੱਚ ਅਸੀਂ ਫਸਟ ਲਾਅ ਇਹਨੂੰ ਕਹਿ ਸਕਦੇ ਹਾਂ, ਸੈਕਿੰਡ ਲਾਅ ਹੈ, ਥਰਡ ਪੁਆਇੰਟ ਨੂੰ ਅਸੀਂ ਬੋਲ ਦਾਂਗੇ ਥਰਡ ਲਾਅ। ਠੀਕ ਹੈ, ਤਾਂ ਫੈਰਾਡੇਜ਼ ਦਾ ਜੋ ਫਸਟ ਲਾਅ ਸੀ ਇਹਦੇ 'ਚ ਉਹਨੇ ਕੀ ਕਿਹਾ ਕਿ ਅਗਰ ਮੈਗਨੈਟਿਕ ਫਲਕਸ ਜੋ ਹੈ ਕਿਸੇ ਸਰਕਿਟ ਦੇ ਵਿੱਚ ਕਹਿ ਦਈਏ ਜਾਂ ਕਿਸੇ ਕੋਇਲ ਦੇ ਵਿੱਚ ਚੇਂਜ ਹੋ ਰਹੀ ਹੈ ਤਾਂ ਉੱਥੇ ਕੀ ਪ੍ਰੋਡਿਊਸ ਹੋਏਗਾ, ਇੰਡਿਊਸਡ EMF, ਜੋ ਕਿ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਅਸੀਂ ਡੈਫੀਨੇਸ਼ਨ ਕਰਕੇ ਆਏ ਸੀ, ਉਹੀ ਫੈਰਾਡੇ ਦਾ ਫਸਟ ਲਾਅ ਹੈ। ਉਹਨੇ ਕੀ ਕਿਹਾ ਕਿ ਜਦੋਂ ਕਿਸੇ ਸਰਕਿਟ 'ਚ ਜਾਂ ਕੋਇਲ 'ਚ ਮੈਗਨੈਟਿਕ ਫਲਕਸ ਜੋ ਲਿੰਕਡ ਹੈ ਉਹ ਚੇਂਜ ਹੋ ਰਹੀ ਹੈ ਤਾਂ ਉੱਥੇ ਕੀ ਪ੍ਰੋਡਿਊਸ ਹੋਏਗਾ, ਇੰਡਿਊਸਡ EMF। ਇਹ ਹੋ ਗਿਆ ਫਸਟ ਲਾਅ। ਸੈਕਿੰਡ ਲਾਅ ਨੇ ਕੀ ਕਿਹਾ, ਇੰਡਿਊਸਡ EMF ਜਿਹੜੀ ਹੈ ਉਹ ਕਦੋਂ ਤੱਕ ਰਹੇਗੀ ਸਰਕਿਟ 'ਚ, ਲਾਸਟ ਐਜ਼ ਲੌਂਗ ਐਜ਼ ਦੀ ਚੇਂਜ ਇਨ ਮੈਗਨੈਟਿਕ ਫਲਕਸ ਕੰਟੀਨਿਊਸ। ਠੀਕ ਹੈ, ਹੁਣ ਅਸੀਂ ਸੈਕਿੰਡ ਸਟੈਪ ਕੀ ਕਹਿਣਾ ਹੈ ਕਿ ਇਹ ਜੋ ਇੰਡਿਊਸਡ EMF ਹੈ ਜਾਂ ਇੰਡਿਊਸਡ ਕਰੰਟ ਹੈ ਇਹ ਕਦੋਂ ਤੱਕ ਸਰਕਿਟ 'ਚ ਰਹੇਗਾ। ਇਹਦੀ ਇੱਕ ਕੰਡੀਸ਼ਨ ਹੈ ਕਿ ਜਦੋਂ ਤੱਕ ਮੈਗਨੈਟਿਕ ਫਲਕਸ ਜੋ ਹੈ ਚੇਂਜਿੰਗ ਮੈਗਨੈਟਿਕ ਫਲਕਸ ਰਹੇਗਾ, ਕੰਟੀਨਿਊਟੀ ਦੇ ਵਿੱਚ ਮੈਗਨੈਟਿਕ ਫਲਕਸ ਚੇਂਜ ਹੋ ਰਿਹਾ ਹੈ, ਕੌਨਸਟੈਂਟ ਵੈਲਿਊ ਨਹੀਂ ਹੈ, ਉਦੋਂ ਤੱਕ ਅਸੀਂ ਕਵਾਂਗੇ ਇੰਡਿਊਸਡ EMF ਉਸ ਸਰਕਿਟ 'ਚ ਰਹੇਗੀ। ਤਾਂ ਸੈਕਿੰਡ ਲਾਅ ਕੀ ਹੈ ਕਿ ਦੀ ਇੰਡਿਊਸਡ EMF ਲਾਸਟ as long as the change in magnetic flux continues।
ठीक है। थर्ड पॉइंट है साडे कोल कि दी मैगनीट्यूड ऑफ द इंड्यूस्ड EMF, कि जिहड़ा इंड्यूस्ड EMF है उहदा मैगनीट्यूड कितना होएगा, वो किहदे बराबर है, इज़ डायरैक्टली प्रपोर्शनल टू द रेट ऑफ चेंज ऑफ मैगनैटिक फ्लक्स लिंक्ड विद द सर्किट। हुण देखो इहदे च असीं की कह रहे हैं कि जो इंड्यूस्ड EMF है ਉਹਦਾ मैगनीट्यूड कादे बराबर है। सब तो पहला तो इंड्यूस्ड EMF आया किस तरह, कादे कारण इंड्यूस्ड EMF है, अगर फ्लक्स जो है मैगनैटिक फ्लक्स चेंजिंग है, और मैगनैटिक फ्लक्स नूं असीं किस तरह लिखते हैं, फाए दे नाल। फाए दे नाल ही असीं इलैक्ट्रिक फ्लक्स नूं लिखते हैं, और फाए दे नाल ही असीं किहनूं लिखते हैं, मैगनैटिक फ्लक्स नूं। ਹੁਣ ਅਸੀਂ ਇੱਥੇ ਕੀ ਕਰ ਰਹੇ ਹਾਂ, ਕੌਨਸਟੈਂਟ ਮੈਗਨੈਟਿਕ ਫਲਕਸ ਨਹੀਂ ਲੈ ਰਹੇ, ਅਸੀਂ ਕੀ ਲੈ ਰਹੇ ਹਾਂ, ਚੇਂਜਿੰਗ ਮੈਗਨੈਟਿਕ ਫਲਕਸ। ਟਾਈਮ ਦੇ ਨਾਲ ਫਲਕਸ ਕੀ ਹੋ ਰਿਹਾ ਹੈ, ਚੇਂਜ। ਔਰ ਚੇਂਜ ਨੂੰ ਅਸੀਂ ਕਿਸ ਤਰ੍ਹਾਂ ਦਿਖਾਉਂਦੇ ਹਾਂ, d/dt। ਜਿੱਥੇ ਵੀ d/dt ਹੈ ਤਾਂ ਮਤਲਬ ਅਸੀਂ ਕਿਸੇ ਵੀ ਕੁਆਂਟਿਟੀ ਦਾ ਚੇਂਜ ਦਿਖਾ ਰਹੇ ਹਾਂ। ਇੱਥੇ ਕਾਹਦਾ ਚੇਂਜ ਹੈ, ਇਹਨੂੰ ਅਸੀਂ ਕੀ ਲਿਖਾਂਗੇ, ਚੇਂਜ ਇਨ ਮੈਗਨੈਟਿਕ ਫਲਕਸ ਵਿਦ ਟਾਈਮ, या फिर असी लिख दिए टाइम रेट ऑफ चेंज ऑफ मैगनैटिक फ्लक्स। हुण जदों मैगनैटिक फ्लक्स चेंजिंग है तो की प्रोड्यूस होएगा, EMF प्रोड्यूस होएगी। EMF नूं असी लिखते हैं स्मॉल e दे नाल, तो ये हो गया मैगनीट्यूड EMF दा। तो EMF दा मैगनीट्यूड असी की लिख दिता, इज़ डायरैक्टली प्रपोर्शनल टू द रेट ऑफ चेंज ऑफ मैगनैटिक फ्लक्स लिंक्ड विद द सर्किट। ਇਹਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਜਾਂ ਫਿਰ ਅਸੀਂ ਇਹਨੂੰ ਅਗਰ ਡਿਰਾਈਵ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਡੀ ਬਾਅਦ ਵਿੱਚ ਲਗਾ ਦਈਏ, ਰੇਟ ਆਫ ਚੇਂਜ ਆਫ ਮੈਗਨੈਟਿਕ ਫਲਕਸ ਕਾਦੇ ਬਰਾਬਰ ਅਸੀਂ ਲਿਖੀਏ, ਰੇਟ ਆਫ ਚੇਂਜ ਨੂੰ ਡੀ ਦੀ ਜਗ੍ਹਾ 'ਤੇ ਪਹਿਲੇ ਮੈਂ ਇਸ ਤਰ੍ਹਾਂ ਲਿਖ ਰਹੀ ਹਾਂ, φ2 - φ1, ਮਤਲਬ ਲਾਸਟ 'ਚ ਕਿੰਨਾ ਫਲਕਸ ਹੈ, ਪਹਿਲਾਂ ਕਿੰਨਾ ਹੈ, ਦੋਨਾਂ ਨੂੰ ਸਬਟਰੈਕਟ ਕਰ ਦਿੱਤਾ, ਡਿਵਾਈਡ ਕਰ ਦਿੱਤਾ ਟਾਈਮ ਦੇ ਨਾਲ। ਔਰ ਇੰਡਿਊਸਡ EMF ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ φ2 - φ1 ਅਪੋਨ T। ਹੁਣ ਅਸੀਂ ਇੱਥੇ ਕੀ ਕਰਾਂਗੇ, ਪ੍ਰਪੋਰਸ਼ਨੈਲਿਟੀ ਦਾ ਸਿੰਬਲ ਹਟਾ ਕੇ ਕੋਈ ਵੀ ਕੌਨਸਟੈਂਟ, ਔਰ ਨਾਲ ਅਸੀਂ ਯਾਦ ਰੱਖਣਾ ਹੈ ਮਾਈਨਸ ਲਗਾਉਣਾ ਹੈ। ਹੁਣ ਇਹ ਮਾਈਨਸ ਦਾ ਕੀ ਇੱਥੇ ਰੋਲ ਹੈ, ਉਹਦਾ ਅਸੀਂ ਦੇਖਦੇ ਹਾਂ ਇੱਥੇ। देखो इत्थे माइनस का मतलब की है कि साडे कोल जिहड़ी इंड्यूस्ड EMF है, इहदी डायरैक्शन जो है हमेशा मैगनैटिक फ्लक्स दे की होएगी, ऑपोजिट। या फिर असी ये कह दिए कि जो भी चीज़ इंड्यूस्ड हुई है, इंड्यूस्ड EMF है या फिर इंड्यूस्ड करंट है, दोनों जिहड़े है अपोज करनगे इट्स कॉज, अपोजिस इट्स कॉज। ਇਹਦਾ ਮਤਲਬ ਕੀ ਹੈ कि जो भी इंड्यूस्ड EMF है या फिर इंड्यूस्ड करंट है, ये हमेशा अपने कॉज नू, अपना कॉज मतलब जिहदे कारण ये प्रोड्यूस होए है, उन्होंने हमेशा अपोज करनगे। मतलब हुण EMF या करंट किहदे कारण इंड्यूस होया है, मैगनैटिक फ्लक्स दे कारण, चेंजिंग मैगनैटिक फ्लक्स दे कारण, तो ये हमेशा अपने कॉज नू की करेगा, अपोज करेगा। मतलब जिहड़ी डायरैक्शन दे विच मैगनैटिक फ्लक्स दा चेंज है, इंड्यूस्ड करंट या फिर इंड्यूस्ड EMF हमेशा उहदे ऑपोजिट डायरैक्शन च होएगा। ये सानू कित्थों पता चलेगा, फ्रॉम दी नेगेटिव साइन। ਹੁਣ ਇਸ ਤੋਂ ਬਾਅਦ ਕੀ ਹੈ ਸਾਡੇ ਕੋਲ, ਅਸੀਂ ਇੱਥੇ K ਦੀ ਵੈਲਿਊ ਅਗਰ ਸਪੋਜ਼ 1 ਲੈ ਕੇ ਚੱਲਦੇ ਹਾਂ, ਸਪੋਜ਼ K ਨੂੰ ਅਸੀਂ ਫॉर ਸਿੰਪਲਿਸਿਟੀ 1 ਕੰਸੀਡਰ ਕਰਦੇ ਹਾਂ, ਤਾਂ ਸਾਡੇ ਕੋਲ ਇੱਥੇ ਕੀ ਆ ਜਾਏਗਾ, E is equals to माइनस φ2 - φ1 अपॉन T हो जाएगा। ठीक है जी। और इनू φ2 - φ1 मतलब चेंज नू असी किस तरह लिख सकते हैं, या फिर इनू असी इस तरह लिख दिए -dφ/dt। ठीक है। और ये साडे कोल यूनिट्स की हो जाएंगे, साडे कोल फाए दा यूनिट की हुंदा है, फ्लक्स दा यूनिट है वेबर, और टाइम दा यूनिट की है सेकेंड। तो EMF जो इंड्यूस्ड है उहदे यूनिट्स की हो जाएंगे वेबर पर सेकेंड। ये हो गया।